ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਐਤਵਾਰ ਵਾਲੇ ਦਿਨ ਆਪਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਯਾਦ ਕਰ ਰਹੇ ਸਾਂ, ਜਿਨ੍ਹਾਂ ਵਿੱਚ ਸਤਿਗੁਰੂ ਜੀ ਨੇ ਫਰਮਾਇਆ ਸੀ, ਸੰਮਨ ਜੋ ਇਸ ਪ੍ਰੇਮ ਕੀ ਦਮ ਕੇਹ ਹੋਤੀ ਸਾਟ, ਰਾਵਨ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਸਨ ਕਿ ਪਰਮਾਤਮਾ ਦਾ ਪਿਆਰ ਕਿਤੋਂ ਮੁੱਲ ਨਹੀਂ ਮਿਲਦਾ, ਉਹ ਖਰੀਦਿਆ ਤੇ ਵੇਚਿਆ ਨਹੀਂ ਜਾ ਸਕਦਾ। ਸਿਰਫ ਤੇ ਸਿਰਫ ਆਪਣਾ ਆਪਾ ਪ੍ਰਭੂ ਦੇ ਭੇਟ ਕਰਨ ਦੀ ਜ਼ਰੂਰਤ ਹੁੰਦੀ ਏ, ਆਪਣਾ ਆਪਾ ਪ੍ਰਭੂ ਦੇ ਸਮਰਪਿਤ ਕਰਨ ਦੀ ਜ਼ਰੂਰਤ ਹੁੰਦੀ ਏ। ਜਦੋਂ ਕੋਈ ਮਨੁੱਖ ਆਪਣਾ ਆਪਾ ਪਰਮ ਪਿਤਾ ਪਰਮਾਤਮਾ ਦੇ ਅਰਪਣ ਕਰ ਦਿੰਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਪਿਆਰ ਫਿਰ ਮੰਗਣਾ ਨਹੀਂ ਪੈਂਦਾ, ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ। ਸੋ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਵਸ ਜੋ ਨਵੰਬਰ ਵਿੱਚ ਹੈ, ਉਸ ਦੇ ਸੰਬੰਧ ਵਿੱਚ ਹੀ ਆਪਾਂ ਵਿਚਾਰ ਵਟਾਂਦਰਾ ਪ੍ਰਾਰੰਭ ਕੀਤਾ ਹੋਇਆ ਹੈ। ਤੇ ਆਪਾਂ ਸਮਝਿਆ ਸੀ ਕਿ ਗੁਰਪੁਰਬ ਸਾਨੂੰ ਭਾਏ ਭਗਤ ਦੁਆਰਾ ਮਨਾਉਣੇ ਚਾਹੀਦੇ ਨੇ, ਜਿਸ ਦਾ ਮਤਲਬ ਸੀ ਪ੍ਰੇਮਾ ਭਗਤੀ ਦੁਆਰਾ ਮਨਾਉਣੇ ਚਾਹੀਦੇ ਨੇ। ਸੋ ਆਪਾਂ ਪ੍ਰੇਮਾ ਭਗਤੀ ਕਿਵੇਂ ਕਰੀਏ? ਬੜੀ ਸਿੱਧੀ ਜੀ ਗੱਲ ਏ, ਆਪਣੱਤ ਦਾ ਤਿਆਗ ਕਰਨਾ, ਹਉਮੈ ਦਾ ਛੱਡਣਾ ਤੇ ਗੁਰੂ ਬਚਨਾਂ ਦੇ ਪਰਾਇਣ ਹੋਣਾ, ਉਹਨਾਂ ਦੇ ਆਸਰੇ ਹੋਣਾ। ਜਿਵੇਂ ਜਿਵੇਂ ਅਸੀਂ ਗੁਰੂ ਦੇ ਬਚਨਾਂ ਦਾ ਓਟ ਆਸਰਾ ਲੈ ਕੇ ਜੀਵਨ ਵਿੱਚ ਅੱਗੇ ਵਧਾਂਗੇ, ਤਿਵੇਂ ਤਿਵੇਂ ਸਾਡੇ ਅੰਦਰ ਪ੍ਰੇਮਾ ਭਗਤੀ ਜਿਹੜੀ ਉਹ ਜਾਗਰਿਤ ਹੋਵੇਗੀ। ਉਸ ਨੂੰ ਜਾਗਰਿਤ ਕਰਨ ਲਈ ਤੇ ਆਪਣਾ ਆਪਾ ਸਮਰਪਿਤ ਕਰਨ ਲਈ ਸਾਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੀਏ, ਵੱਧ ਤੋਂ ਵੱਧ ਗੁਰੂ ਦੀ ਅੰਮ੍ਰਿਤ ਬਾਣੀ ਦਾ ਪਾਠ ਪਿਆਰ ਨਾਲ ਵਿਚਾਰ ਸਹਿਤ ਕਰੀਏ। ਆਪ ਜੀ ਨੇ ਕਈ ਪ੍ਰਚਾਰਕਾਂ ਪਾਸੋਂ, ਕਈ ਮਹਾਂਪੁਰਸ਼ਾਂ ਪਾਸੋਂ ਇਹ ਬਚਨ ਜ਼ਰੂਰ ਸੁਣੇ ਹੋਣਗੇ ਕਿ ਤੁਸੀਂ ਇੰਨੇ ਜਪਜੀ ਸਾਹਿਬ ਦੇ ਪਾਠ ਕਰੋ ਗੁਰਪੁਰਬ ਤੱਕ, ਜਾਂ ਇੰਨੇ ਸੁਖਮਨੀ ਸਾਹਿਬ ਜੀ ਦੇ ਪਾਠ ਕਰੋ, ਜਾਂ ਇੰਨੀਆਂ ਮੂਲ ਮੰਤਰ ਦੀਆਂ ਮਾਲਾਂ ਰੋਜ਼ ਕਰਿਆ ਕਰੋ, ਇੰਨਾ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋ। ਇਸ ਤਰ੍ਹਾਂ ਦੇ ਬਚਨ ਮਹਾਂਪੁਰਸ਼ ਪ੍ਰਚਾਰਕ ਲੋਕ ਕਰਦੇ ਨੇ, ਬੜੀ ਚੰਗੀ ਗੱਲ ਏ। ਸਾਨੂੰ ਵੱਧ ਤੋਂ ਵੱਧ ਇਹਨਾਂ ਬਚਨਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਪਰ ਮੇਰਾ ਨਿੱਜੀ ਵਿਚਾਰ ਜਿਹੜਾ ਹੈ ਉਹ ਇਹ ਹੈ ਕਿ ਸਾਨੂੰ ਆਪਣੇ ਦਿਲੋਂ ਜਿਹੜੀ ਗੱਲ ਉੱਠੇ ਪ੍ਰੇਮ ਦੇ ਨਾਲ,
ਜਿੰਨਾ ਮਨ ਵਿੱਚ ਭਾਵ ਜਾਗੇ ਵੀ ਮੈਂ ਇੰਨਾ ਸਮਾਂ ਜਿਹੜਾ ਮੈਂ ਅੱਗੇ ਨਿਤਨੇਮ ਸਿਮਰਨ ਕਰਦਾ, ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਵਾਸਤੇ, ਪ੍ਰਕਾਸ਼ ਪੁਰਬ ਵਾਸਤੇ, ਉਹਨਾਂ ਦੀ ਯਾਦ ਵਿੱਚ ਜੁੜਨ ਵਾਸਤੇ ਮੈਂ ਇੰਨਾ ਸਮਾਂ ਹੋਰ ਵੱਧ ਲਾਇਆ ਕਰਾਂਗਾ ਜਾਂ ਲਾਇਆ ਕਰਾਂਗੀ। ਮੈਂ ਇੰਨੇ ਪਾਠ ਕਰਨੇ ਨੇ ਉਦੋਂ ਤੱਕ ਤੇ ਵਿਚਾਰ ਸਹਿਤ ਕਰਨੇ ਨੇ। ਮੈਂ ਇੰਨੀ ਵਾਰੀ ਜਪਜੀ ਸਾਹਿਬ ਦਾ ਟੀਕਾ ਪੜ੍ਹਨਾ ਹੈ, ਜੋ ਮਹਾਂਪੁਰਸ਼ਾਂ ਨੇ ਬਹੁਤ ਟੀਕੇ ਕੀਤੇ ਨੇ ਜਪਜੀ ਸਾਹਿਬ ਦੇ। ਕਿਸੇ ਵੀ ਮਹਾਂਪੁਰਸ਼ ਦਾ ਲਿਖਿਆ ਹੋਇਆ ਟੀਕਾ ਪੜ੍ਹੋ ਤੇ ਇਸ ਤਰ੍ਹਾਂ ਦੀ ਵਿਚਾਰ ਤੁਸੀਂ ਆਪ ਕਰੋ, ਨਾ ਕਿ ਕਿਸੇ ਦੇ ਆਖਣ ਤੇ, ਕਿ ਕੋਈ ਸਾਨੂੰ ਆਖੇ ਕਿ ਤੂੰ ਇੰਨੇ ਪਾਠ ਕਰ, ਇੰਨਾ ਨਾਮ ਜਪ। ਉਹਦੇ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਮਨੋਂ ਸਾਡਿਓ ਕੋਈ ਵਿਚਾਰ ਉੱਠੇ ਕਿ ਮੈਂ ਉਦੋਂ ਤੱਕ ਭਾਵੇਂ ਕਰਨਾ ਤੇ ਸਾਨੂੰ ਹਮੇਸ਼ਾ ਹੀ ਚਾਹੀਦਾ ਹੈ, ਪਰ ਉਦੋਂ ਤੱਕ ਮੈਂ ਇੰਨਾ ਕੁ ਜਿਹੜਾ ਸੇਵਾ ਹੈ ਉਹ ਮੈਂ ਜ਼ਰੂਰ ਕਰਨੀ ਹੈ। ਸੋ ਸਾਰੇ ਭੈਣ ਭਰਾ ਜਿੰਨੇ ਤੁਸੀਂ ਅੱਜ ਗੱਲ ਸੁਣਦੇ ਹੋ ਜਾਂ ਜਿੰਨੇ ਬਾਅਦ ਵਿੱਚ ਵੀ ਇਸ YouTube ਦੇ ਮਾਧਿਅਮ ਰਾਹੀਂ ਸੁਣਨਗੇ, ਸਭਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਆਪਣੇ ਆਪ ਹੀ ਆਪਣੇ ਮਨ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਲਿਆਈਏ ਜਿਸ ਤੋਂ ਸਾਨੂੰ ਪ੍ਰੇਰਨਾ ਮਿਲੇ ਕਿ ਮੈਂ ਇੰਨਾ ਵਧੇਰੇ ਪਾਠ ਕਰਨਾ ਹੈ ਜਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ ਹੈ। ਇਸ ਤਰ੍ਹਾਂ ਦੀ ਕੋਈ ਵਿਚਾਰ ਸਾਡੇ ਮਨ ਵਿੱਚ ਜ਼ਰੂਰ ਆਉਣੀ ਚਾਹੀਦੀ ਹੈ। ਇਹ ਹੋਏਗਾ ਸਾਡਾ ਭਾਏ ਭਗਤ ਨਾਲ ਗੁਰਪੁਰਬ ਮਨਾਉਣਾ। ਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਬਾਕੀ ਸਾਰੇ ਖਿਆਲ ਸਾਨੂੰ ਇੱਕ ਪਾਸੇ ਰੱਖ ਦੇਣੇ ਚਾਹੀਦੇ ਨੇ। ਸਿਰਫ ਤੇ ਸਿਰਫ ਗੁਰੂ ਦੇ ਪ੍ਰਤੀ ਸਾਡੇ ਅੰਦਰੋਂ ਪਿਆਰ ਉਮੜੇ ਹਰ ਵਕਤ। ਗੁਰੂ ਦੀ ਗੱਲ ਕਰੀਏ, ਗੁਰੂ ਦਾ ਨਾਂ ਮੁੱਖ ਵਿੱਚ ਆਵੇ, ਗੁਰੂ ਦਾ ਨਾਂ ਕੰਨਾਂ ਵਿੱਚ ਪਵੇ ਤੇ ਗੁਰੂ ਦੇ ਪਿਆਰ ਵਿੱਚ ਮਨ ਭਰ ਜਾਏ। ਕੁਝ ਇਹੋ ਜਿਹਾ ਉਪਰਾਲਾ ਆਪਾਂ ਕਰੀਏ ਤਾਂ ਹੀ ਸਾਡਾ ਇਹ ਗੁਰਪੁਰਬ ਮਨਾਉਣਾ ਜਿਹੜਾ ਹੈ ਉਹ ਸੱਚਮੁੱਚ ਹੀ ਸਫਲ ਹੋ ਜਾਏਗਾ। ਅੱਜ ਦੀ ਜਿਹੜੀ ਵਿਚਾਰ ਹੈ ਮੈਂ ਤੁਹਾਡੇ ਨਾਲ, ਮੈਂ ਐਤਵਾਰ ਦੱਸਿਆ ਸੀ ਕਿ ਆਪਾਂ ਇਸ ਟੌਪਿਕ ਤੇ ਜਾਂ ਇਸ ਵਿਸ਼ੇ ਤੇ ਗੱਲ ਕਰਾਂਗੇ। ਗੁਰੂ ਵਿਚਾਰਧਾਰਾ ਵਿੱਚ ਇੱਕ ਇਕਾਈ ਦਾ ਜਿਹੜਾ ਸਿਧਾਂਤ ਹੈ ਉਹ ਕੀ ਹੈ, ਆਪਾਂ ਇਸ ਦੇ ਉੱਤੇ ਗੱਲ ਸ਼ੁਰੂ ਕਰਨੀ ਹੈ ਅੱਜ। ਜਿੱਥੋਂ ਤੱਕ ਹੋ ਸਕੀ ਠੀਕ ਹੈ, ਬਾਕੀ ਜੇ ਕੋਈ ਰਹਿ ਗਈ ਤੇ ਆਪਾਂ ਐਤਵਾਰ ਨੂੰ ਕਰਕੇ ਤੇ ਫਿਰ ਅੱਗੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਜੋ ਜਪ ਬਾਣੀ ਹੈ, ਜਪਜੀ ਸਾਹਿਬ ਜੋ ਬਾਣੀ ਹੈ, ਉਹਦੇ ਵਿੱਚ ਜਿਹੜੇ ਸਿਧਾਂਤ ਆਏ ਨੇ ਆਪਾਂ ਉਹਨਾਂ ਨੂੰ ਸਾਰੇ ਤੇ ਨਹੀਂ ਸਮਝ ਪਾਵਾਂਗੇ, ਪਰ ਜਿੱਥੋਂ ਤੱਕ ਜਿੰਨੇ ਆਪਾਂ ਸਮਝ ਪਾਏ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਇੱਕ ਨਿਮਾਣਾ ਜਿਹਾ ਯਤਨ ਕਰਾਂਗੇ। ਸੋ ਇਸ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਗੁਰਬਾਣੀ ਦੀ ਵਿਚਾਰ ਕਰਦਿਆਂ, ਗੁਰਬਾਣੀ ਵਿੱਚ ਆਏ ਸਿਧਾਂਤਾਂ ਨੂੰ ਵਿਚਾਰਦਿਆਂ ਬੜੀਆਂ ਭੁੱਲਾਂ ਹੋਣੀਆਂ ਨੇ, ਬੜੀਆਂ ਉਕਾਈਆਂ ਰਹਿਣੀਆਂ ਨੇ। ਉਹਨਾਂ ਦੀ ਮੈਂ ਪਹਿਲਾਂ ਹੀ ਮਾਫੀ ਚਾਹਾਂਗਾ। ਮੈਨੂੰ ਇੱਕ ਬਚਨ ਯਾਦ ਆਉਂਦਾ, ਭਾਈ ਸੰਤੋਖ ਸਿੰਘ ਜੀ ਹੋਰਾਂ ਲਿਖਿਆ ਹੈ। ਉਹ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਵਾਰੀ ਜਪਜੀ ਸਾਹਿਬ ਦੇ ਪਾਠ ਦੀ ਵਿਚਾਰ ਸੰਗਤ ਨਾਲ ਸਾਂਝੀ ਕੀਤੀ ਤੇ ਜਦੋਂ ਵਿਚਾਰ ਪੂਰੀ ਹੋਈ ਤੇ ਗੁਰੂ ਜੀ ਨੇ ਮਾਲਕ ਦੇ ਕੋਲੋਂ ਹੋਈਆਂ ਭੁੱਲਾਂ ਦੀ ਮੁਆਫੀ ਮੰਗੀ। ਸਿੱਖ ਸੰਗਤਾਂ ਨੇ ਸਤਿਗੁਰੂ ਜੀ ਨੂੰ ਬੜੇ ਪਿਆਰ ਨਾਲ ਪੁੱਛਿਆ, ਗੁਰੂ ਜੀ ਤੁਸੀਂ ਤੇ ਗੁਰੂ ਨਾਨਕ ਸਾਹਿਬ ਦਾ ਸਵਰੂਪ ਹੋ 6ਵੇਂ ਜਾਮੇ ਵਿੱਚ, ਤੁਹਾਡੇ ਤੋਂ ਕਿਹੜੀ ਭੁੱਲ ਹੋ ਸਕਦੀ ਏ? ਤੇ ਉਹਨਾਂ ਦਾ ਬਚਨ ਬੜਾ ਹੀ ਪਿਆਰਾ ਏ। ਉਹਨਾਂ ਨੇ ਆਖਿਆ ਸੀ ਇਹ ਜਿਹੜੀ ਪਵਿੱਤਰ ਬਾਣੀ ਏ ਜਪ, ਇਸ ਦੀ ਪੂਰੀ ਵਿਚਾਰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਹੀ ਜਾਣ ਸਕਦੇ ਨੇ। ਸੋ ਆਪਾਂ ਕੌਣ ਵਿਚਾਰੇ ਹਾਂ ਕਿ ਇਸ ਬਾਣੀ ਉੱਤੇ ਵਿਚਾਰ ਕਰੀਏ? ਆਪਾਂ ਨਹੀਂ ਕਰ ਪਾਵਾਂਗੇ, ਲੇਕਿਨ ਕੁਛ ਨਾ ਕੁਛ ਤੇ ਆਪਾਂ ਕਰਨਾ ਹੈ ਤੇ ਆਪਾਂ ਪਿਆਰ ਨਾਲ ਕਰਨਾ ਹੈ। ਪਿਆਰ ਵਿੱਚ ਤੇ ਬੱਚਾ ਗਲਤੀਆਂ ਵੀ ਕਰੇ ਉਹ ਵੀ ਚੰਗਾ ਹੀ ਲੱਗਦਾ ਹੁੰਦਾ ਹੈ।
ਜੇ ਬੱਚਾ ਗੁੱਸੇ ਵਿੱਚ ਕੁਝ ਕਰੇ ਤੇ ਮਾਤਾ ਪਿਤਾ ਨੂੰ ਗੁੱਸਾ ਵੀ ਆਉਂਦਾ ਹੈ, ਪਰ ਬੱਚਾ ਗਲਤੀ ਵੀ ਕਰੇ ਤੇ ਪਿਆਰ ਵੀ ਕਰੇ, ਫਿਰ ਪਿਆਰ ਵਿੱਚ ਮਾਂ ਉਹਦੀਆਂ ਗਲਤੀਆਂ ਭੁਲਾ ਦਿੰਦੀ, ਉਧਰ ਧਿਆਨ ਹੀ ਨਹੀਂ ਲਿਜਾਂਦੀ। ਉਹ ਬਸ ਉਹ ਸਾਡਾ ਪਿਤਾ ਵੀ ਹੈ, ਸਾਡੀ ਮਾਂ ਵੀ ਹੈ। ਅਸੀਂ ਗਲਤੀਆਂ ਕਰਾਂਗੇ, ਪਰ ਮੇਰਾ ਵਿਚਾਰ ਹੈ ਅਸੀਂ ਗਲਤੀਆਂ ਵੀ ਪਿਆਰ ਵਿੱਚ ਹੀ ਕਰਿਆ ਕਰੀਏ, ਉਸ ਮਾਲਕ ਦੇ ਪਿਆਰ ਵਿੱਚ ਹੀ ਕਰੀਏ। ਮੈਂ ਨਹੀਂ ਕਹਿੰਦਾ ਆਪਾਂ ਗਲਤੀਆਂ ਕਰੀਏ, ਮੈਂ ਕਹਿੰਦਾ ਸਾਡੇ ਤੋਂ ਹੋਣੀਆਂ ਨੇ, ਅਸੀਂ ਭੁੱਲਣਹਾਰ ਜੀਵ ਹਾਂ। ਸੋ ਉਸ ਦੀ ਮੈਂ ਪਹਿਲਾਂ ਖਿਮਾ ਚਾਹੁੰਦਾ ਆਪ ਜੀ ਪਾਸੋਂ ਵੀ ਤੇ ਗੁਰੂ ਜੀ ਪਾਸੋਂ ਵੀ, ਅਕਾਲ ਪੁਰਖ ਜੀ ਪਾਸੋਂ ਵੀ। ਸੋ ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ, ਕਿਉਂਕਿ ਆਪਾਂ ਨਾ ਹੁਣ 21 ਨਵੰਬਰ ਤੱਕ ਸਿਧਾਂਤਿਕ ਗੱਲ ਕਰਨੀ ਹੈ, ਤੇ ਪਹਿਲਾਂ ਸਮਝ ਲਈਏ ਸਿਧਾਂਤ ਕਿਸ ਨੂੰ ਆਖਦੇ ਨੇ। ਤੁਸੀਂ ਸਾਰੇ ਜਾਣਦੇ ਹੋਵੋਗੇ ਸਿਧਾਂਤ ਕੋਈ ਔਖਾ ਨਹੀਂ, ਪਰ ਇਹਨਾਂ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਇੱਕ ਸ਼ਬਦ ਹੈ। ਦੋ ਸ਼ਬਦ ਨੇ ਸਿੱਧ ਜਮਾ ਅੰਤ। ਸਿੱਧ ਜਮਾ ਅੰਤ ਜਦੋਂ ਇਹਨੂੰ ਵਿਦਵਾਨ ਲੋਕ ਇਕੱਠਾ ਕਰਦੇ ਨੇ ਤੇ ਵਿੱਚੋਂ ਐੜਾ ਖਤਮ ਹੋ ਜਾਂਦਾ ਤੇ ਐੜੇ ਦੀ ਥਾਂ ਕੰਨਾ ਆ ਜਾਂਦਾ ਹੈ, ਤੇ ਇਹ ਸ਼ਬਦ ਬਣ ਜਾਂਦਾ ਸਿਧਾਂਤ। ਸਿਧਾਂਤ ਦਾ ਇੱਕ ਮਤਲਬ ਹੁੰਦਾ ਹੈ ਜੀ, ਜਿਹਦੇ ਵਿੱਚ ਦਵੈਤ ਨਾ ਹੋਵੇ, ਅਦਵੈਤ ਹੋਵੇ। ਸਿੱਧ ਕੀਤੀ ਹੋਈ ਗੱਲ, ਜਿੱਥੇ ਜਾ ਕੇ ਸਿੱਧੀ ਦਾ ਅੰਤ ਹੋ ਜਾਂਦਾ ਹੈ, ਉਸ ਨੂੰ ਸਿਧਾਂਤ ਆਖਦੇ ਨੇ। ਸਿੱਧੀ ਦਾ ਅੰਤ ਕਿੱਥੇ ਹੁੰਦਾ ਹੈ? ਜਦੋਂ ਆਪਾਂ, ਸਾਡੇ ਸਾਹਮਣੇ ਕੋਈ ਮਸਲਾ ਆ ਜਾਏ, ਅਸੀਂ ਸਾਰੇ ਭੈਣ ਭਰਾ ਬਹਿ ਕੇ ਉਹਦੇ ਤੇ ਵਿਚਾਰ ਕਰੀਏ, ਤੇ ਵਿਚਾਰ ਕਰਦੇ ਕਰਦੇ ਅਸੀਂ ਇੱਕ ਨਤੀਜੇ ਤੇ ਪਹੁੰਚ ਜਾਈਏ, ਤੇ ਸਾਡੀ ਸਾਰਿਆਂ ਦੀ ਇਸ ਗੱਲ ਤੇ ਸਹਿਮਤੀ ਹੋ ਜਾਏ ਕਿ ਬਸ ਹੁਣ ਆਹ ਜਿਹੜਾ ਨਤੀਜਾ, ਜਿਹੜਾ ਰਿਜ਼ਲਟ ਸਾਡੇ ਸਾਹਮਣੇ ਆ ਗਿਆ ਬਿਲਕੁਲ ਦਰੁਸਤ ਹੈ, ਇਹਦੇ ਵਿੱਚ ਹੁਣ ਕੋਈ ਹੋਰ ਫੇਰ ਬਦਲ ਨਹੀਂ ਕੀਤਾ ਜਾ ਸਕਦਾ, ਉਸ ਨੂੰ ਆਖਦੇ ਨੇ ਸਿੱਧੀ ਦਾ ਅੰਤ ਹੋ ਜਾਣਾ। ਹੁਣ ਇਸ ਤੋਂ ਅੱਗੇ ਕੋਈ ਵਿਚਾਰ ਨਹੀਂ ਹੋ ਸਕਦੀ। ਮਿਸਾਲ ਦੇ ਤੌਰ ਤੇ, ਵੈਸੇ ਸ਼ਬਦ ਬਹੁਤ ਸਾਰੇ ਨੇ, ਜਿਵੇਂ ਸਿਧਾਂਤ ਹੈ, ਇਸ ਤਰ੍ਹਾਂ ਬਿਰਤਾਂਤ ਹੁੰਦਾ ਹੈ, ਤੁਕਾਂਤ ਸ਼ਬਦ ਹੁੰਦਾ ਹੈ, ਤੇ ਇੱਕ ਸ਼ਬਦ ਮੈਂ ਲਿਆ ਦੇਹਾਂਤ। ਦੇ ਜਮਾ ਅੰਤ। ਇਹ ਦੇਹਾਂਤ ਕਿਵੇਂ ਬਣ ਗਿਆ? ਦੇਹ ਦਾ ਇੱਥੇ ਅੰਤ ਹੋ ਗਿਆ, ਹੁਣ ਦੇਹ ਇਸ ਤੋਂ ਅੱਗੇ ਕੰਮ ਨਹੀਂ ਕਰੇਗੀ। ਡਾਕਟਰ ਨੇ ਕਹਿ ਦਿੱਤਾ ਹੈ ਕਿ ਇਹ ਸਰੀਰ ਜਿਹੜਾ ਹੈ, ਜੀਵ ਆਤਮਾ ਇਹਨੂੰ ਛੱਡ ਚੁੱਕੀ ਏ, ਇਹਦਾ ਹੁਣ ਅੰਤ ਹੋ ਗਿਆ ਹੈ। ਇਹ ਬਚਨ ਹੁਣ ਸਿਧਾਂਤਕ ਹੈ, ਇਹਦੇ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਜਾ ਪਾਏਗਾ। ਬਸ ਇਹ ਅੰਤਿਮ ਫੈਸਲਾ ਏ ਕਿ ਇਸ ਸਰੀਰ ਦਾ ਹੁਣ ਅੰਤ ਹੋ ਚੁੱਕਾ ਏ। ਬਸ ਇਹ ਜਿਹੜਾ ਆਖਰੀ ਫੈਸਲਾ ਏ, ਉਸੇ ਨੂੰ ਹੀ ਸਿਧਾਂਤ ਆਖਦੇ ਨੇ, ਸਿੱਧੀ ਦਾ ਅੰਤ। ਸੋ ਆਪਾਂ ਸਮਝ ਲਿਆ ਕਿ ਸਿਧਾਂਤ ਕਿਸ ਨੂੰ ਆਖਦੇ ਨੇ। ਜਿੱਥੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਚਾਰਾਂ ਬਹੁਤ ਕੀਤੀਆਂ, ਵਿਦਵਾਨਾਂ ਨਾਲ ਕੀਤੀਆਂ, ਪੰਡਿਤ ਲੋਕਾਂ ਨਾਲ ਕੀਤੀਆਂ, ਮੌਲਵੀਆਂ ਨਾਲ, ਸ਼ੇਖਾਂ ਨਾਲ, ਰਾਜਿਆਂ ਮਹਾਰਾਜਿਆਂ ਨਾਲ ਵਿਚਾਰਾਂ ਕਰ ਕਰਕੇ, ਤੇ ਉਹਨਾਂ ਨੇ ਅਖੀਰ ਤੇ ਇੱਕ ਸਿੱਟਾ ਕੱਢਿਆ। ਉਹ ਜਿਹੜਾ ਸਿੱਟਾ ਨਿਕਲਿਆ, ਉਹ ਜਿਹੜਾ ਨਤੀਜਾ ਆਇਆ ਉਹਨਾਂ ਵਿਚਾਰਾਂ ਦਾ, ਉਹਨਾਂ ਵਿਚਾਰਾਂ ਨੂੰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆਖਦੇ ਨੇ। ਸੋ ਇਹ ਗੱਲ ਹੁਣ ਤੁਸੀਂ ਪੱਕੀ ਮਨ ਵਿੱਚ ਰੱਖਣਾ। ਆਪਾਂ ਸਿਧਾਂਤਕ ਗੱਲਾਂ ਕਰਨੀਆਂ ਨੇ 21 ਨਵੰਬਰ ਤੱਕ, ਤੇ ਤੁਹਾਨੂੰ ਸਿਧਾਂਤ ਦਾ ਚੇਤਾ ਰਵੇ ਵੀ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਉੱਤੇ ਆਖਰੀ ਮੋਹਰ ਲਗਾ ਦਿੱਤੀ ਏ, ਤੇ ਇਹੋ ਹੀ ਹੈ, ਇਸ ਤੋਂ ਅੱਗੇ ਪਿੱਛੇ ਕੁਛ ਨਹੀਂ ਹੋ ਸਕਦਾ। ਜਿਵੇਂ ਅਸੀਂ ਮਿਸਾਲ ਦੇ ਤੌਰ ਤੇ ਸਮਝ ਸਕਦੇ ਹਾਂ, 2 ਤੇ 2 4 ਹੀ ਹੁੰਦੇ ਨੇ। ਦੁਨੀਆ ਦੇ ਕਿਸੇ ਕੋਨੇ ਤੇ ਚਲੇ ਜਾਓ, ਕਿਸੇ ਬੋਲੀ ਵਿੱਚ ਚਲੇ ਜਾਓ, ਕਿਸੇ ਮਜ਼ਹਬ ਵਿੱਚ ਚਲੇ ਜਾਓ, ਕਿਸੇ ਖਿੱਤੇ ਵਿੱਚ ਚਲੇ ਜਾਓ, ਇਸ ਸਿਧਾਂਤ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਸੋ ਇਹ ਜਿਹੜਾ 2 ਤੇ 2 4 ਹੋਣਾ ਹੈ ਨਾ,
ਇਹ ਆਖਰੀ ਫੈਸਲਾ ਏ, ਇਹ ਇੱਕ ਸਿਧਾਂਤ ਬਣ ਜਾਂਦਾ ਹੈ। ਸੋ ਇੱਥੋਂ ਅਸੀਂ ਸਿਧਾਂਤਕ ਗੱਲ ਕਰਨੀ ਹੈ। ਤੇ ਅੱਜ ਦੀ ਜਿਹੜੀ ਆਪਣੀ ਵਿਚਾਰ ਹੈ ਉਹ ਹੈ ਕਿ ਗੁਰਮਤਿ ਵਿੱਚ ਯਾਨੀ ਗੁਰੂ ਵਿਚਾਰਧਾਰਾ ਵਿੱਚ ਜਿਹੜਾ ਸਿਧਾਂਤ ਹੈ, ਜਿਹੜਾ ਇੱਕ ਇਕਾਈ ਹੈ, ਉਸ ਦਾ ਕੀ ਸਿਧਾਂਤ ਹੈ। ਇੱਕ ਇਕਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੰਬਰ 1 ਪਾ ਕੇ ਗੱਲ ਸ਼ੁਰੂ ਕੀਤੀ। ਉਹਨਾਂ ਨੇ ਆਪਾਂ ਜਪ ਬਾਣੀ ਪੜਾਂਗੇ ਤੇ ਨਹੀਂ ਉਸ ਨੂੰ ਵਿਚਾਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਮੰਗਲਾਚਰਨ ਲਿਖਿਆ। ਇਸ ਨੂੰ ਆਪਾਂ ਮੂਲ ਮੰਤਰ ਵੀ ਆਖਦੇ ਹਾਂ। ਇਸ ਮੰਗਲਾਚਰਨ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਸ਼ਬਦ ਜਿਹੜਾ ਵਰਤਿਆ ਨਾ ਉਹ ਇੱਕ ਹੈ, ਤੇ ਉਹ ਇੱਕ ਹੈ ਅੰਕ, ਗਣਿਤ ਦਾ ਅੰਕ। ਇੱਕ ਵਿਚਾਰਵਾਨ ਇਹ ਗੱਲ ਕਹਿੰਦੇ ਨੇ, ਅਸੀਂ ਇਸ ਨੂੰ ਜਿਵੇਂ ਮੈਂ ਥੱਲੇ ਲਿਖਿਆ ਨਾ ਨੰਬਰ 1 ਕਾਲਮ ਵਿੱਚ ਸਭ ਤੋਂ ਥੱਲੇ ਵਾਲਾ ਇੱਕ ਸ਼ਬਦ ਜਿਹੜਾ ਹੈ ਉਹ ਆਪਾਂ ਗੁਰਮੁਖੀ ਵਿੱਚ ਲਿਖਿਆ ਹੈ, ਅੱਖਰਾਂ ਵਿੱਚ ਲਿਖਿਆ ਹੈ। ਤੇ ਪੁਰਾਣੇ ਸਮੇਂ ਵਿੱਚ ਇੱਕ ਵਿਚਾਰਧਾਰਾ ਰਹੀ ਔਰ ਉਹ ਅੱਜ ਕਿਤੇ ਖਤਮ ਨਹੀਂ ਹੋਈ। ਉਹ ਵਿਚਾਰਧਾਰਾ ਇਹ ਸੀ ਕਿ ਈੜੀ ਨੂੰ ਜਿਹੜੀ ਸਿਹਾਰੀ ਲੱਗੀ ਏ ਉਹਦੇ ਮਤਲਬ ਇਹ ਨਿਕਲ ਸਕਦੇ ਨੇ, ਈੜੀ ਦੇ ਮਤਲਬ ਆ ਵੱਖਰੇ ਨਿਕਲ ਸਕਦੇ ਨੇ, ਕੱਕੇ ਦੇ ਅਰਥ ਵੱਖਰੇ ਵੱਖਰੇ ਨਿਕਲ ਸਕਦੇ ਨੇ। ਤੋ ਇਸ ਤਰ੍ਹਾਂ ਜਿਹੜੇ ਅੱਖਰਾਂ ਵਿੱਚ ਅਸੀਂ ਸ਼ਬਦ ਲਿਖਦੇ ਹਾਂ ਨਾ, ਇੱਕ ਹੀ ਭਾਵੇਂ ਲਿਖੀਏ ਤੇ ਵਿਦਵਾਨ ਇਹਦੇ ਵੱਖਰੇ ਵੱਖਰੇ ਅਰਥ ਬਣਾ ਸਕਦੇ ਨੇ। ਸੰਸਕ੍ਰਿਤ ਵਿੱਚ ਘੱਟ ਤੋਂ ਘੱਟ ਇੱਕ ਦੇ ਅੱਖਰ 50 ਬਣਾਏ ਜਾ ਸਕਦੇ ਨੇ। ਸ਼ਾਇਦ ਇਸੇ ਲਈ ਗੁਰੂ ਜੀ ਨੇ ਇਹ ਅੱਖਰਾਂ ਵਾਲਾ ਇੱਕ ਨਾਂ ਲਿਖ ਕੇ ਨੰਬਰ 1 ਪਾਇਆ। ਤੁਸੀਂ ਨੰਬਰ 1 ਜਿਹੜਾ ਏ ਇਹਨੂੰ ਜਿਵੇਂ ਮਰਜ਼ੀ ਲਿਖ ਲਵੋ, ਜਿਵੇਂ ਮਰਜ਼ੀ ਬੋਲ ਲਵੋ, ਪਰ ਤੁਸੀਂ ਇਹਦੇ ਮਤਲਬ ਨਹੀਂ ਬਦਲ ਸਕਦੇ। ਜਿਹੜਾ ਅਸੀਂ ਅੱਖਰਾਂ 'ਚ ਇੱਕ ਲਿਖਾਂਗੇ ਉਹਦੇ ਮਤਲਬ ਤਬਦੀਲ ਹੋ ਸਕਦੇ ਨੇ, ਲੇਕਿਨ ਜਿਹੜਾ ਇੱਕ ਨੰਬਰ ਹੈ, ਦੁਨੀਆ ਦੀ ਕੋਈ ਤਾਕਤ ਇਸ ਦੇ ਮਤਲਬ ਨਹੀਂ ਬਦਲ ਸਕਦੀ। ਇਹ ਸਿਧਾਂਤ ਹੈ ਜੀ, ਇਸ ਨੂੰ ਸਿਧਾਂਤ ਆਖਦੇ ਨੇ। ਇਹ ਕਦੀ ਨਹੀਂ ਬਦਲੇਗਾ, ਇਹ ਸਦਾ ਲਈ ਇੱਕ ਹੀ ਰਹੇਗਾ ਔਰ ਪੂਰੀ ਦੁਨੀਆ ਵਿੱਚ ਇੱਕ ਰਹੇਗਾ। ਸੋ ਗੁਰੂ ਨਾਨਕ ਸਾਹਿਬ ਨੇ ਓੰਕਾਰ ਤੋਂ ਪਹਿਲਾਂ ਇੱਕ ਇਸ ਲਈ ਲਗਾਇਆ ਕਿ ਉਸ ਚੱਲ ਰਹੇ ਸਮੇਂ ਵਿੱਚ ਤੇ ਅੱਜ ਵੀ ਇੱਕ ਸ਼ਬਦ ਵਰਤਿਆ ਜਾਂਦਾ ਸੀ, ਓਮ। ਓਮ ਦੇ ਅਰਥ ਜਿਹੜੇ ਕੀਤੇ ਜਾਂਦੇ ਸਨ ਉਹਦੀ ਵਿਆਖਿਆ ਕਰਦਿਆਂ ਉਹ 3 ਦੇਵਤਿਆਂ ਦੀ ਗੱਲ ਕਰਦੇ ਸਨ। ਇੱਕ ਹੈ ਬ੍ਰਹਮਾ ਸਿਰਜਣਾ ਕਰਨ ਵਾਲਾ, ਇੱਕ ਹੈ ਵਿਸ਼ਨੂੰ ਪਾਲਣਾ ਕਰਨ ਵਾਲਾ, ਤੇ ਤੀਸਰਾ ਹੈ ਮਹੇਸ਼ ਯਾਨੀ ਸ਼ਿਵ ਸੰਘਾਰ ਕਰਨ ਵਾਲਾ ਯਾਨੀ ਖਤਮ ਕਰਨ ਵਾਲਾ। ਗੁਰੂ ਸਾਹਿਬ ਨੇ ਆਖਿਆ ਵੀ ਮੈਂ ਪਰਮਾਤਮਾ ਦੀ ਗੱਲ ਕਰਨੀ ਹੈ ਤੇ ਉਹਨੂੰ ਮੈਂ 3 ਹਿੱਸਿਆਂ ਵਿੱਚ ਨਹੀਂ ਵੰਡ ਸਕਦਾ। ਜੇ ਗੁਰੂ ਨਾਨਕ ਸਾਹਿਬ ਕਿਤੇ ਪਹਿਲਾਂ ਨੰਬਰ 1 ਨਾ ਲਗਾਉਂਦੇ ਤੇ ਸਾਡੇ ਵਰਗੇ ਬਹੁਤ ਸਾਰੇ ਚਤੁਰ ਲੋਕਾਂ ਨੇ ਇਸ ਓਮ ਦੇ ਅਰਥ ਉਹੋ ਹੀ ਕਰ ਲੈਣੇ ਸਨ ਜਿਹੜੇ ਓਮ ਦੇ ਅਰਥ ਕੀਤੇ ਜਾਂਦੇ ਨੇ। ਇਸ ਲਈ ਉਹਨਾਂ ਨੇ ਨੰਬਰ 1 ਲਗਾ ਕੇ ਓਮ ਲਿਖਿਆ, ਜਿਸ ਦਾ ਮਤਲਬ ਸੀ ਕਿ 3 ਦੇਵਤੇ ਬੇਸ਼ੱਕ ਹੋਣ, ਲੇਕਿਨ ਉਹਨਾਂ ਤਿੰਨਾਂ ਦਾ ਕਰਤਾ ਵੀ ਇੱਕ ਹੀ ਹੈ। ਅੱਗੇ ਉਹਨਾਂ ਨੇ ਕਾਰ ਪਾ ਦਿੱਤੀ, ਕਿਉਂਕਿ ਉਹ ਜਿਹੜੇ 3 ਦੇਵਤੇ ਸਨ ਉਹਨਾਂ ਦਾ ਕਦੀ ਜਨਮ ਵੀ ਮੰਨਿਆ ਜਾਂਦਾ, ਯਾਨੀ ਉਹਨਾਂ ਦੀ ਹੋਂਦ ਕਦੀ ਹੋਈ ਮੰਨੀ ਜਾਂਦੀ ਏ ਤੇ ਕਦੀ ਉਹ ਨਹੀਂ ਵੀ ਹਨ। ਇਸ ਲਈ ਗੁਰੂ ਸਾਹਿਬ ਨੇ ਅੱਗੇ ਕਾਰ ਲਗਾਇਆ ਕਿ ਜਿਸ ਪਰਮਾਤਮਾ ਦੀ, ਜਿਸ ਇੱਕ ਇਕਾਈ ਦੀ ਮੈਂ ਗੱਲ ਤੁਹਾਡੇ ਨਾਲ ਕਰਨੀ ਹੈ, ਉਹ ਇੱਕ ਇਕਾਈ ਸਦਾ ਲਈ ਏ ਤੇ ਇੱਕ ਰਸ ਵਿਆਪਕ ਹੈ ਹਰ ਜਗ੍ਹਾ ਤੇ। ਇਹ ਕਾਰ ਦੇ ਮਤਲਬ ਨੇ ਜੀ। ਇਹਦਾ ਮਤਲਬ ਹੁੰਦਾ ਇੱਕ ਰਸ ਵਿਆਪਕਤਾ। ਕਾਰ ਦਾ ਮਤਲਬ ਇਹ ਹੁੰਦਾ ਹੈ। ਓੰਗ ਦਾ ਮਤਲਬ ਹੋ ਗਿਆ ਬ੍ਰਹਮ, ਪਰਮੇਸ਼ਵਰ, ਪਰਮਾਤਮਾ ਸਰਵ ਵਿਆਪਕ ਹੈ ਤੇ ਇੱਕ ਰਸ ਲਗਾਤਾਰ ਰਹਿੰਦਾ ਏ।
ਲੇਕਿਨ ਉਹ ਕਦੀ ਤਬਦੀਲ ਨਹੀਂ ਹੁੰਦਾ, ਉਹ ਹਮੇਸ਼ਾ ਇੱਕ ਹੀ ਰਹਿੰਦਾ ਹੈ। ਇੱਥੋਂ ਉਹਨਾਂ ਨੇ ਇੱਕ ਇਕਾਈ ਦੀ ਗੱਲ ਸ਼ੁਰੂ ਕੀਤੀ ਹੈ, ਜਿਸ ਦੇ ਉੱਤੇ ਆਪਾਂ ਚਰਚਾ ਕਰਨੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਬਚਨ ਹੈ, ਸਾਹਿਬ ਮੇਰਾ ਏਕੋ ਹੈ। ਮੇਰੇ ਸਾਹਿਬ ਤਿੰਨ ਚਾਰ ਨਹੀਂ। ਔਰ ਤੁਸੀਂ ਇਹ ਵੀ ਵੇਖਿਆ ਜਾਂ ਸੁਣਿਆ ਹੋਣਾ ਹੈ ਕਿ ਉਸ ਸਮੇਂ ਵੀ ਤੇ ਅੱਜ ਵੀ ਕਿਸੇ ਮੱਤ ਵਿੱਚ 33 ਕਰੋੜ ਭਗਵਾਨ ਮੰਨੇ ਜਾਂਦੇ ਸਨ। ਦੇਵੀਆਂ ਦੇਵਤਿਆਂ ਨੂੰ ਗੋਡ ਕਹਿੰਦੇ ਨੇ, ਭਗਵਾਨ ਹੀ ਕਹਿੰਦੇ ਨੇ। ਉਹ 33 ਕਰੋੜ ਦੇਵੀਆਂ ਤੇ ਦੇਵਤੇ ਬਣ ਗਏ ਸਨ। ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਲੇਕਿਨ ਗੁਰੂ ਨਾਨਕ ਸਾਹਿਬ ਦਾ ਮੱਤ ਹੈ ਕਿ ਜੇ ਉਹ ਹਨ ਤੇ ਉਹਨਾਂ ਨੂੰ ਪੈਦਾ ਕਰਨ ਵਾਲਾ ਵੀ ਕੇਵਲ ਇੱਕ ਹੀ ਹੈ। ਉਹ ਆਪਣੇ ਆਪ ਕਿਤੋਂ ਨਹੀਂ ਆਉਂਦੇ, ਆਪਣੇ ਆਪ ਉਹ ਕਿਤੇ ਨਹੀਂ ਜਾਂਦੇ। ਇਸ ਲਈ ਮੇਰਾ ਜਿਹੜਾ ਮਾਲਕ ਹੈ ਉਹ ਨਾ ਤੇ 33 ਕਰੋੜਾਂ ਵਿੱਚੋਂ ਕੋਈ ਜਣਾ ਹੈ, ਨਾ ਉਹ ਪੈਦਾ ਹੋਣ ਵਾਲਿਆਂ ਚੋਂ ਹੈ, ਤੇ ਨਾ ਉਹ ਬਿਨਸ ਜਾਣ ਵਾਲਿਆਂ ਚੋਂ ਹੈ। ਜਿਹੜਾ ਮੇਰਾ ਸਾਹਿਬ ਹੈ ਉਹ ਇੱਕ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ ਤੇ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਸਾਹਿਬ ਮੇਰਾ ਏਕੋ ਹੈ, ਤੇ ਉਸ ਗੱਲ ਤੇ ਹੋਰ ਜ਼ੋਰ ਦਿੱਤਾ ਹੈ, ਏਕੋ ਹੈ ਭਾਈ, ਏਕੋ ਹੈ, ਮਤੇ ਕਿਸੇ ਨੂੰ ਭੁਲੇਖਾ ਰਹਿ ਜਾਏ। ਮੇਰਾ ਮਾਲਕ ਕੇਵਲ ਤੇ ਕੇਵਲ ਇੱਕ ਹੈ। ਸੋ ਅਸੀਂ ਉਸ ਇੱਕ ਇਕਾਈ ਨਾਲ ਜੁੜਨਾ ਹੈ। ਇੱਕ ਇਕਾਈ, ਅਸੀਂ ਸਮੁੱਚੇ ਜੀਵ, ਕੱਲੇ ਜੀਵ ਹੀ ਨਹੀਂ, ਇਹ ਪੂਰੀ ਕਾਇਨਾਤ, ਇਹਦੇ ਵਿੱਚ ਜਿੰਨੇ ਪਸ਼ੂ ਪੰਛੀ ਨੇ, ਜਿੰਨੇ ਪੇੜ ਪੌਦੇ ਨੇ, ਇਹ ਪੰਜ ਤੱਤ ਨੇ, ਇਹ ਪਲੈਨਟਸ ਨੇ, ਇਹ ਗ੍ਰਹਿ ਨਛੱਤਰ ਨੇ, ਇਹ ਸਾਰੇ ਇੱਕ ਨੇ। ਇਹਨਾਂ ਵਿੱਚ ਦੁਵੈਸ਼ ਨਹੀਂ, ਦੁਵੈਤ ਨਹੀਂ, ਇਹ ਸਾਰੇ ਇੱਕ ਨੇ। ਸਾਨੂੰ ਵੇਖਣ ਨੂੰ ਇਹ ਵੱਖਰੇ ਵੱਖਰੇ ਭਾਸਦੇ ਹਨ। ਆਪਾਂ ਪਿੱਛੇ ਗੱਲ ਕੀਤੀ ਸੀ ਕਿ ਗੁਰੂ ਦੇ ਪਰਮਾਤਮਾ ਦੇ ਤਿੰਨ ਰੂਪ ਨੇ। ਪਰਮਾਤਮਾ ਦੇ ਤੇ ਤਿੰਨ ਰੂਪ ਨੇ, ਗੁਰੂ ਦੇ ਤਿੰਨ ਰੂਪ ਨੇ। ਸਾਡੇ ਕਿੰਨੇ ਨੇ? ਸਾਡੇ ਵੈਸੇ ਬਹੁਤ ਸਾਰੇ ਰੂਪ ਨੇ। ਅਸੀਂ ਰੂਪ ਛਿਨ ਛਿਨ ਬਦਲਦੇ ਰਹਿੰਦੇ ਹਾਂ, ਪਰ ਮੂਲ ਰੂਪ ਵਿੱਚ ਆਪਣੇ ਦੋ ਰੂਪ ਨੇ। ਮਨੁੱਖ ਦੇ ਦੋ ਰੂਪ ਨੇ ਮੂਲ ਰੂਪ ਵਿੱਚ। ਉਹ ਦੋ ਨੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਸਾਡਾ ਸਰਗੁਣ ਰੂਪ ਉਹ ਹੈ ਜਿਹੜਾ ਸਾਨੂੰ ਇਹ ਬੈਠਿਆਂ ਦਾ ਨਜ਼ਰ ਆਉਂਦਾ ਹੈ। ਵੱਖਰੇ ਵੱਖਰੇ ਅਸੀਂ ਨਜ਼ਰ ਆ ਰਹੇ ਹਾਂ। ਤੇ ਸਾਡਾ ਨਿਰਗੁਣ ਰੂਪ ਹੈ, ਸਾਡੇ ਅੰਦਰ ਜਿਹੜੀ ਪਰਮਾਤਮਾ ਦੀ ਅੰਸ਼ ਆਤਮਾ, ਉਹ ਸਭਨਾਂ ਵਿੱਚ ਇੱਕ ਹੈ। ਉਹ 2 4 10 ਵੀ ਨਹੀਂ ਹਨ। ਆਤਮਾ ਕੇਵਲ ਤੇ ਕੇਵਲ ਇੱਕ ਹੈ। ਪੂਰੇ ਬ੍ਰਹਿਮੰਡਾਂ ਦੇ ਅੰਦਰ ਜਿੰਨੇ ਜੀਵ ਜੰਤੂ ਨੇ, ਸਭਨਾਂ ਵਿੱਚ ਇੱਕੋ ਹੀ ਆਤਮਾ ਕੰਮ ਕਰਦੀ ਹੈ। ਔਰ ਗੁਰੂ ਸਾਹਿਬ ਨੇ ਇੱਕ ਪ੍ਰਮਾਣ ਲਿਆ ਹੋਇਆ ਜਲ ਘਟਾਊ ਚੰਦਰਮਾ ਦਾ। ਉਹ ਕਹਿੰਦੇ ਨੇ ਤੁਸੀਂ ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਲਵੋ, ਰਾਤ ਨੂੰ ਚੰਦਰਮਾ ਆਕਾਸ਼ ਵਿੱਚ ਆਏਗਾ ਤੇ ਸਾਰਿਆਂ ਘੜਿਆਂ ਵਿੱਚ ਜਿੰਨੇ ਘੜੇ ਹੋਣਗੇ, ਸਾਰਿਆਂ ਵਿੱਚ ਵੱਖਰਾ ਵੱਖਰਾ ਚੰਦਰਮਾ ਚਮਕਦਾ ਨਜ਼ਰ ਆਏਗਾ। ਚੰਦਰਮਾ ਇੰਨੇ ਨਹੀਂ ਹੋਣਗੇ, ਉਹ ਇੱਕ ਹੀ ਰਹੇਗਾ। ਲੇਕਿਨ ਘੜਿਆਂ ਦੇ ਕਾਰਨ ਉਹ ਤੁਹਾਨੂੰ ਓਨੇ ਹੀ ਨਜ਼ਰ ਆਉਣਗੇ ਜਿੰਨੇ ਘੜੇ ਪਏ ਹੋਏ ਨੇ। ਇਹ ਸਰੀਰ ਮਾਨੋ ਇੱਕ ਘੜਿਆਂ ਦੀ ਤਰ੍ਹਾਂ ਹਨ। ਇਹਨਾਂ ਵਿੱਚ ਜੋਤ ਇੱਕ ਹੀ ਹੈ, ਲੇਕਿਨ ਇਹਨਾਂ ਸਰੀਰਾਂ ਦੇ ਕਾਰਨ ਸਾਨੂੰ ਵੱਖਰੀ ਵੱਖਰੀ ਜਾਪਦੀ ਹੈ, ਸਾਨੂੰ ਮਹਿਸੂਸ ਹੁੰਦੀ ਹੈ। ਇਸ ਦਾ ਜ਼ਿਕਰ ਨਾ ਜੀ ਗੁਰਬਾਣੀ ਵਿੱਚ ਕੀਤਾ ਹੋਇਆ। ਮੈਂ ਇਹ ਬਚਨ ਕਰਕੇ ਸਮਾਪਤੀ ਕਰਦਾ, ਫਿਰ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ ਐਤਵਾਰ ਨੂੰ। ਗੁਰੂ ਤੀਜੇ ਪਾਤਸ਼ਾਹ ਨੇ ਲਿਖਿਆ ਹੈ, ਮਾਟੀ ਏਕ ਸਗਲ ਸੰਸਾਰਾ, ਬਹੁ ਬਿਧ ਭਾਂਡੇ ਘੜੈ ਕੁਮਾਰਾ। ਪੁਰਾਣੇ ਸੱਜਣਾ ਨੇ ਵੇਖਿਆ ਹੋਣਾ ਜਦੋਂ ਕੁਮਾਰ ਭਾਂਡੇ ਘੜਦੇ ਸਨ, ਮੈਂ ਤੇ ਵੇਖੇ ਨੇ। ਉਹ ਇੱਕੋ ਜਗ੍ਹਾ ਤੋਂ ਮਿੱਟੀ ਪੁੱਟ ਕੇ ਲਿਆਉਂਦੇ ਸਨ। ਉਸ ਮਿੱਟੀ ਨੂੰ ਗੁੰਨਦੇ ਸਨ ਲਿਆ ਕੇ, ਜਿਵੇਂ ਆਪਾਂ ਆਟਾ ਗੁੰਨਦੇ ਆ ਨਾ, ਬੀਬੀਆਂ ਆਟਾ ਗੁੰਨਦੀਆਂ, ਇਸ ਤਰ੍ਹਾਂ ਉਹ ਮਿੱਟੀ ਨੂੰ ਗੁੰਨਦੇ ਸਨ। ਇੱਕੋ ਥਾਂ ਤੋਂ ਮਿੱਟੀ ਲਿਆਂਦੀ, ਇੱਕੋ ਘੁਮਿਆਰ ਨੇ ਉਸ ਨੂੰ ਗੁੰਨਿਆ। ਫਿਰ ਇੱਕੋ ਹੀ ਚੱਕ ਹੁੰਦਾ ਸੀ ਉਹਦੇ ਕੋਲ, ਜਿਹਦੇ ਉੱਤੇ ਮਿੱਟੀ ਨੂੰ ਚੜਾ ਕੇ ਉਹ ਭਾਂਡੇ ਨੂੰ ਸ਼ੇਪ ਦਿੰਦਾ ਸੀ। ਉਸ ਚੱਕ ਨੂੰ ਘੁਮਾਉਣ ਵਾਲਾ ਜਿਹੜਾ ਡੰਡਾ ਹੁੰਦਾ, ਉਸ ਚੱਕ ਵਿੱਚ ਪਾਇਆ। ਜਿਵੇਂ ਚੱਕੀ ਦੇ ਵਿੱਚ ਇੱਕ ਹੱਥੀ ਨਹੀਂ ਹੁੰਦੀ ਪਾਈ, ਇਸ ਤਰ੍ਹਾਂ ਉਹ ਚੱਕ ਵਿੱਚ ਇੱਕ ਡੰਡਾ ਪਾਉਂਦੇ ਨੇ, ਜਿਹਦੇ ਨਾਲ ਜ਼ੋਰ ਨਾਲ ਘੁਮਾਉਂਦੇ ਨੇ ਉਸ ਚੱਕ ਨੂੰ।
ਚੱਕ ਘੁੰਮਦਾ ਤੇ ਉਹਦੇ ਉੱਤੇ ਮਿੱਟੀ ਰੱਖ ਕੇ ਉਸ ਭਾਂਡੇ ਨੂੰ ਫਿਰ ਸ਼ੇਪ ਦਿੰਦੇ ਨੇ ਉਹ। ਗੁਰੂ ਸਾਹਿਬ ਕਹਿੰਦੇ ਨੇ ਮਿੱਟੀ ਵੀ ਇੱਕ ਏ, ਗੁੰਨਣ ਵਾਲਾ ਵੀ ਇੱਕ ਏ, ਚੱਕ ਵੀ ਇੱਕ ਏ, ਚੱਕ ਨੂੰ ਘੁਮਾਉਣ ਵਾਲਾ ਵੀ ਇੱਕ ਹੀ ਏ। ਲੇਕਿਨ ਭਾਂਡਿਆਂ ਦੀਆਂ ਅਨੇਕ ਭਾਂਤ ਦੀਆਂ ਉਹ ਸ਼ੇਪਸ ਬਣਾ ਕੇ ਰੱਖ ਦਿੰਦਾ ਹੈ, ਅਨੇਕ ਭਾਂਤ ਦੇ ਉਹਨਾਂ ਦੀਆਂ ਮੂਰਤਾਂ ਘੜ ਕੇ ਰੱਖ ਦਿੰਦਾ ਹੈ। ਬਸ ਆਹ ਗੱਲ ਇੱਥੇ ਸਾਨੂੰ ਸਮਝਾਈ ਗਈ ਹੈ, ਮਾਟੀ ਏਕ ਸਗਲ ਸੰਸਾਰਾ। ਅਸੀਂ ਜਿੰਨੇ ਜੀਵ ਜੰਤੂ ਹਾਂ ਇੱਕ ਮਿੱਟੀ ਤੋਂ ਬਣੇ ਹਾਂ। ਬਹੁਵਿਧ ਭਾਂਡੇ ਘੜੈ ਕੁਮਾਰਾ, ਘੜਨ ਵਾਲੇ ਨੇ, ਸਾਡੀ ਇਹ ਸ਼ੇਪ ਬਣਾਉਣ ਵਾਲੇ ਨੇ ਸਰੀਰਾਂ ਦੀ ਵੱਖਰੀ ਵੱਖਰੀ ਬਣਾ ਦਿੱਤੀ ਹੈ। ਸੋ ਇੱਥੋਂ ਆਪਾਂ ਗੱਲ ਸ਼ੁਰੂ ਕਰਾਂਗੇ ਜੀ ਐਤਵਾਰ ਨੂੰ, ਕਿ ਵੇਖੀਏ ਅਸੀਂ ਜਿਹੜੀ ਇੱਕ ਇਕਾਈ ਹੈ ਜਿਸ ਨੂੰ ਆਪਾਂ ਪਰਮੇਸ਼ਵਰ ਆਖਦੇ ਹਾਂ, ਜਿਹਦੇ ਵਿੱਚ ਆਪਾਂ ਸਾਰੇ ਮੌਜੂਦ ਹਾਂ। ਅਸੀਂ ਰੱਬ ਜੀ ਨਾਲੋਂ ਵੱਖਰੇ ਨਹੀਂ, ਰੱਬ ਸਾਡੇ ਨਾਲੋਂ ਵੱਖਰਾ ਨਹੀਂ। ਆਪਾਂ ਇਸ ਸਿਧਾਂਤ ਨੂੰ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ, ਇਸ ਨੂੰ ਆਪਾਂ ਹੋਰ ਅੱਗੇ ਐਤਵਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਮੈਂ ਆਪ ਜੀ ਨੂੰ ਬੇਨਤੀ ਫਿਰ ਬਾਰ-ਬਾਰ ਕਰਦਾ ਹੀ ਰਹਾਂਗਾ ਨਵੰਬਰ 21 ਤੱਕ, ਕਿ ਬਹੁਤ ਸਾਰਾ ਆਪਣੇ ਮਨਾਂ ਵਿੱਚ ਪ੍ਰੇਮ ਭਰੋ ਬੱਚਿਆਂ ਪ੍ਰਤੀ। ਪਹਿਲਾਂ ਆਪਣੇ ਤੋਂ ਸ਼ੁਰੂ ਕਰੀਏ, ਆਪਣੇ ਸਰੀਰ ਪ੍ਰਤੀ ਇਹਦੇ ਨਾਲ ਪਿਆਰ ਕਰੀਏ। ਇਹਦੇ ਵਿੱਚ ਰਹਿ ਕੇ ਹੀ ਆਪਾਂ ਪ੍ਰੇਮਾ ਭਗਤੀ ਕਰ ਸਕਦੇ ਹਾਂ। ਸੋ ਪਹਿਲਾਂ ਸਰੀਰ ਨੂੰ ਪਿਆਰ ਕਰੀਏ, ਫਿਰ ਆਪਣੇ ਸੰਗੀਆਂ ਸਾਥੀਆਂ ਨੂੰ ਪਿਆਰ ਕਰੀਏ, ਬੱਚਿਆਂ ਨੂੰ ਪਿਆਰ ਕਰੀਏ, ਬਜ਼ੁਰਗਾਂ ਨੂੰ ਸਤਿਕਾਰ ਤੇ ਪਿਆਰ ਕਰੀਏ, ਤੇ ਗੁਰੂ ਨੂੰ ਤੇ ਕਰਨਾ ਹੀ ਕਰਨਾ ਹੈ। ਗੁਰੂ ਦੀ ਬਾਣੀ ਪੜ੍ਹੋ, ਇੰਨੇ ਪਿਆਰ ਨਾਲ ਪੜ੍ਹੋ ਕਿ ਮਨ ਭਿੱਜਦਾ ਤੁਰਿਆ ਜਾਏ। ਬਸ ਇਸ ਢੰਗ ਨਾਲ ਆਪਾਂ ਇਹ ਗੁਰਪੁਰਬ ਮਨਾਉਣਾ ਹੈ ਜੀ। ਗੁਰਪੁਰਬ ਜਦੋਂ ਆਪਾਂ ਮਨਾਈਏ 21 ਤਰੀਕ ਨੂੰ, ਮੇਰਾ ਤੇ ਵਿਚਾਰ ਹੈ ਕਿ ਅੱਜ ਆਪਾਂ ਮਨਾ ਰਹੇ ਹਾਂ। ਮੇਰਾ ਤੇ ਮਨ ਇਹ ਆ, ਆਪਾਂ ਅੱਜ ਮਨਾ ਰਹੇ ਹਾਂ। ਬਸ ਤੁਸੀਂ ਇੰਨਾ ਪਿਆਰ ਆਪਣੇ ਅੰਦਰ ਪੈਦਾ ਕਰ ਲਵੋ ਕਿ ਗੁਰੂ ਨਾਨਕ ਸਾਹਿਬ ਸਾਡੇ ਉਸ ਪਿਆਰ ਤੇ ਰੀਝ ਕੇ, ਤੇ ਜੋ ਅਸੀਂ ਮਾਲਕ ਤੋਂ ਚਾਹੀਏ ਉਹ ਸਾਡਾ ਮਾਲਕ ਸਾਨੂੰ ਬਖਸ਼ ਦੇਵੇ। ਸੋ ਇੰਨੇ ਕੁ ਸ਼ਬਦ ਅੱਜ ਤੁਸੀਂ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਫਿਰ ਮਿਲਦੇ ਹਾਂ ਐਤਵਾਰ ਨੂੰ, ਇਸੇ ਵਿਸ਼ੇ ਨੂੰ ਅੱਗੇ ਆਪਾਂ ਤੋਰਾਂਗੇ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।